ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਤੁਹਾਡਾ ਰਿਸ਼ਪਾਲ ਸਿੰਘ ਗਿੱਲ, ਮੁੱਖ ਸੇਵਾਦਾਰ ਨੈਸ਼ਨਲ ਜਸਟਿਸ ਪਾਰਟੀ। ਦੋਸਤੋ, ਸਾਡੇ ਮੁਲਕ ਦੀ ਇੱਕ ਤਰਾਸਦੀ ਹੈ ਕਿ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਮਿਲੀਆਂ ਨੇ, ਆਜ਼ਾਦੀ ਤੋਂ ਬਾਅਦ 75 ਸਾਲ ਹੋ ਗਏ ਨੇ ਤਕਰੀਬਨ ਸਾਨੂੰ, ਔਰ ਉਹ ਸਰਕਾਰਾਂ ਜਿਹੜੀਆਂ ਨੇ ਉਹ ਲੋਕ ਭਲਾਈ ਵਾਸਤੇ ਜਿਹੜੀਆਂ ਨੇ ਉਹ ਸਹੀ ਸਿੱਧ ਨਹੀਂ ਹੋਈਆਂ। ਉਹਦਾ ਮੁੱਖ ਕਾਰਨ ਇਹ ਹੈ, ਜਿਵੇਂ ਮੈਂ ਅੱਜ ਦੀ ਗੱਲ ਕਰ ਲੈਣਾ ਕਿ ਦੇਖੋ ਸਾਡੇ ਦੇਸ਼ ਦੀ ਕਿੱਡੀ ਵੱਡੀ ਤਰਾਸਦੀ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਜਿਹੜੇ ਨੇ ਉਹ ਨੇ ਜਿਨ੍ਹਾਂ ਨੂੰ ਆਪਣੇ ਪਤਾ ਨਹੀਂ ਹੈ ਕਿ ਮੈਂ ਆਪ ਪਤਾ ਨਹੀਂ ਹੈ ਕਿ ਮੈਂ ਕਿੰਨਾ ਪੜ੍ਹਿਆ ਲਿਖਿਆ, ਔਰ ਯੂਨੀਵਰਸਿਟੀਆਂ ਦੇ ਪਤਾ ਨਹੀਂ ਕੋਈ ਕਿਤੋਂ ਬਣਾਈ ਬੈਠੇ ਨੇ ਸਰਟੀਫਿਕੇਟ, ਕੋਈ ਕਿਤੋਂ ਬਣਾਈ ਬੈਠੇ ਨੇ। ਸੋ ਦੇਸ਼ ਦਾ ਗ੍ਰਹਿ ਮੰਤਰੀ ਹੈਗਾ, ਉਹ ਵੀ ਇੱਕ ਤਾੜੀ ਪਾਰ ਆਦਮੀ ਹੈ, ਔਰ ਹੋਰ ਵੀ ਕਈ ਸਾਰੇ ਕੇਸ ਜਿਹੜੇ ਨੇ ਉਹ ਮੇਰਾ ਖਿਆਲ ਅੰਦਰ ਵੀ ਰਿਹਾ ਹੈਗਾ। ਮਤਲਬ ਕ੍ਰਿਮੀਨਲਾਈਜੇਸ਼ਨ ਜਿਹੜੀ ਹੈਗੀ ਹੈ, ਜਾਂ ਜਿਹੜੇ ਕੋਈ ਖੇਤੀਬਾੜੀ ਮੰਤਰੀ ਆਪਾਂ ਬਣਾ ਦਿੰਦੇ ਆ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੀ ਆਲੂ ਜੇ ਧਰਤੀ ਦੇ ਥੱਲੇ ਲੱਗਦੇ ਆ ਜਾਂ ਟਾਹਣੀਆਂ ਤੇ ਲੱਗਦੇ ਹੈਗੇ ਆ। ਮਤਲਬ ਸਿਸਟਮ ਜਿਹੜਾ ਉਹ ਇੰਨਾ ਵਿਗੜ ਗਿਆ ਹੈ ਕਿ ਜਿਹੜਾ ਮੰਤਰਾਲਾ ਹੁੰਦਾ, ਚਾਹੇ ਉਹ ਕਮਰਸ ਦਾ, ਚਾਹੇ ਉਹ ਫਾਈਨਾਂਸ ਦਾ, ਚਾਹੇ ਉਹ ਗ੍ਰਹਿ ਮੰਤਰਾਲਾ ਹੈ, ਚਾਹੇ ਉਹ ਕੋਈ ਸਪੋਰਟਸ ਮਿਨਿਸਟਰੀ ਹੈਗੀ ਹੈ, ਚਾਹੇ ਇਨਵਾਇਰਨਮੈਂਟ ਦਾ ਹੈਗਾ, ਚਾਹੇ ਕੋਈ ਵੀ ਮਿਨਿਸਟਰੀ ਜਿਹੜੀ ਹੈਗੀ ਹੈ, ਜਾਂ ਲੇਬਰ ਮਿਨਿਸਟਰੀ ਹੈਗੀ ਹੈ, ਉਹਦੇ ਉੱਤੇ ਐਕਸਪਰਟ ਆਦਮੀ ਉਸ ਲਾਈਨ ਦਾ ਨਹੀਂ ਹੁੰਦਾ ਹੈ। ਔਰ ਹੁਣ ਤੇ ਹੱਦ ਹੀ ਹੋ ਗਈ ਹੈ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਐਸਾ ਹੈਗਾ ਜਿਹਦੇ ਬਾਰੇ 'ਚ ਪਤਾ ਹੀ ਨਹੀਂ ਹੈ, ਲੋਕਾਂ ਨੂੰ ਵੀ ਨਹੀਂ ਪਤਾ, ਉਹਨੂੰ ਆਪ ਨਹੀਂ ਪਤਾ ਕਿ ਮੈਂ ਕਿੰਨਾ, ਕਿਉਂਕਿ ਦੋ ਆਪਣੀਆਂ ਜਿਹੜੀਆਂ ਉਹਦੀਆਂ ਆਪਣੀਆਂ ਸਟੇਟਮੈਂਟਾਂ ਨੇ ਪੜ੍ਹਾਈ ਦੇ ਬਾਰੇ ਦੇ ਵਿੱਚ, ਉਹ ਵੀ ਵੱਖ-ਵੱਖ ਤਰ੍ਹਾਂ ਦੀਆਂ। ਔਰ ਦੂਸਰੀ, ਮੈਂ ਕਿਸੇ ਨਿੱਜੀ ਗੱਲ ਜਿਹੜੀ ਕਰਨੀ ਵਾਜਬ ਨਹੀਂ ਸਮਝਦਾ ਜ਼ਿੰਮੇਵਾਰ ਦੇਸ਼ ਦੇ ਨਾਗਰਿਕ ਦੇ ਬਾਰੇ ਦੇ ਵਿੱਚ, ਲੇਕਿਨ ਮੈਂ ਇਹ ਵੀ ਜ਼ਰੂਰ ਕਹਾਂਗਾ ਕਿ ਜਿਹੜਾ ਆਦਮੀ ਮਤਲਬ ਆਪਣੇ ਪਰਿਵਾਰ ਪ੍ਰਤੀ ਜ਼ਿੰਮੇਵਾਰੀਆਂ ਨੂੰ ਨਹੀਂ ਨਿਭਾ ਲੈਂਦਾ ਤਰੀਕੇ ਦੇ ਨਾਲ, ਤੇ ਉਹ ਮਤਲਬ ਇਹ ਹੈ ਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਨੂੰ ਉਹ ਆਦਮੀ ਜਿਹੜੇ ਨੇ, ਜਿਹੜੇ ਉਸ ਲਾਈਨ ਦੇ ਐਕਸਪਰਟ ਆਦਮੀ ਨੇ, ਜਾਂ ਉਸ ਲਾਈਨ ਦੇ ਜਿਹੜੇ ਪ੍ਰੋਪਰ ਤਰੀਕੇ ਦੇ ਨਾਲ ਸਕਿਲਡ ਲੋਕ ਨੇ, ਉਹ ਜਿਹੜੇ ਨਹੀਂ ਹੈ। ਉਹ ਕ੍ਰਿਮੀਨਲਾਈਜੇਸ਼ਨ ਇੰਨੀ ਹੋ ਗਈ ਹੈ ਪੋਲੀਟਿਕਸ ਦੇ ਵਿੱਚ ਕਿ ਤਕਰੀਬਨ ਕੋਈ ਮੇਰਾ ਖਿਆਲ 55 ਜਾਂ 50-55 ਤੋਂ ਉੱਪਰ ਹੀ ਲੋਕ ਨੇ, ਜਾਂ 60% ਦੇ ਕਰੀਬ ਲੋਕ ਨੇ ਜਿਨ੍ਹਾਂ ਦੀ ਬਾਇਓਗਰਾਉਂਡ ਜਿਹੜੀ ਹੈ ਉਹ ਕ੍ਰਿਮੀਨਲ ਹੈ। ਕਿਸੇ ਦੇ 307 ਦਾ ਪਰਚਾ, ਕਿਸੇ ਦੇ 302 ਦਾ, ਕਿਸੇ ਦੇ ਡਕੈਤੀ ਦਾ, ਔਰ ਵੱਖ-ਵੱਖ ਜਿਹੜੇ ਕ੍ਰਾਈਮ ਕੀਤੇ ਹੋਏ ਨੇ, ਡੇਂਜਰਸ ਕ੍ਰਾਈਮ ਜਿਹੜੇ ਨੇ, ਉਹ ਪਰਚੇ ਜਿਹੜੇ ਨੇ ਉਹ ਜਿਹੜੇ ਦਰਜ ਨੇ। ਔਰ ਦੇਖੋ, ਅਸੀਂ ਇਹਨਾਂ ਲੋਕਾਂ ਕੋਲੋਂ ਐਕਸਪੈਕਟੇਸ਼ਨ ਕੀ ਕਰ ਸਕਦੇ ਹਾਂ, ਜਿਹੜੇ ਖੁਦ ਦਾਗੀ ਨੇ, ਜਿਹੜੇ ਖੁਦ ਚੋਰ ਨੇ, ਜਾਂ ਖੁਦ ਜਿਹੜੇ ਨੇ ਕ੍ਰਿਮੀਨਲ ਨੇ, ਅਸੀਂ ਉਹਨਾਂ ਕੋਲ ਐਕਸਪੈਕਟੇਸ਼ਨ ਕੀ ਕਰ ਸਕਦੇ ਹਾਂ, ਔਰ ਦੇਸ਼ ਐਕਸਪੈਕਟੇਸ਼ਨ ਕੀ ਕਰ ਸਕਦਾ ਹੈ ਉਹਨਾਂ ਦੇ ਕੋਲ। ਸੋ ਦੋਸਤੋ, ਇਹ ਬਹੁਤ ਵੱਡੀ ਤਰਾਸਦੀ ਹੈ ਕਿ ਸਾਡੇ ਸੰਸਦ ਦੇ ਵਿੱਚ ਜਾਂ ਵਿਧਾਨ ਸਭਾਵਾਂ ਦੇ ਵਿੱਚ ਉਹ ਲੋਕ ਬੈਠੇ ਹੋਏ ਨੇ ਜਿਹੜੇ ਸਮਾਜ ਦੇ ਕ੍ਰਿਮੀਨਲ ਲੋਕ ਨੇ, ਔਰ ਉਹ ਜਿਹੜੇ ਨੇ ਉਹ ਪੂੰਜੀਪਤੀਆਂ ਦੇ, ਜਾਂ ਜਿਹੜੇ ਵੱਡੇ ਵੱਡੇ ਕੈਪੀਟਲਿਸਟ ਨੇ, ਉਹਨਾਂ ਦੇ ਬਹੁਤ ਸੌਖੇ ਜਿਹੜੇ ਟਾਰਗੇਟ ਬਣ ਜਾਂਦੇ ਨੇ, ਕਿਉਂਕਿ ਉਹ ਦਾਗੀ ਹੁੰਦੇ ਨੇ, ਔਰ ਪੈਸਾ ਜਿਹੜਾ ਹੈਗਾ ਉਹਨਾਂ ਦਾ ਮੇਨ ਜਿਹੜਾ ਮੋਟਿਵ ਹੁੰਦਾ, ਔਰ ਉਹਨਾਂ ਨੂੰ ਉਹ ਟਾਰਗੇਟ ਜਿਹੜਾ ਹੈ ਉਹ ਬੜੇ ਬੜੇ ਸੌਫਟ ਟਾਰਗੇਟ ਬਣ ਜਾਂਦੇ ਨੇ, ਤੇ ਕੈਪੀਟਲਿਸਟ ਜਿਹੜਾ ਉਹਨਾਂ ਨੂੰ ਆਪਣੇ ਮਥਾਜ ਵਾਸਤੇ, ਆਪਣੇ ਲਾਭ ਵਾਸਤੇ ਜਿਹੜਾ ਉਹ ਵਰਤਦਾ। ਉਹੀ ਵਜ੍ਹਾ ਹੈ ਕਿ ਸਾਡਾ ਦੇਸ਼ ਜਿਹੜਾ ਅੱਜ ਦੀ ਸ਼੍ਰੇਣੀ ਦੇ ਵਿੱਚ ਵੀ ਪਛੜਿਆ ਦੇਸ਼ ਆਪਾਂ ਉਹਨੂੰ ਕਹਿ ਸਕਦੇ ਹੈਗੇ ਆ। ਡਿਵੈਲਪਿੰਗ ਕੰਟਰੀ ਸੀ, ਹੁਣ ਤਾਂ ਮੇਰਾ ਖਿਆਲ ਹੈ ਕਿ ਉਹ ਅੰਡਰ ਡਿਵੈਲਪ ਦੇ ਉੱਤੇ ਆ ਗਿਆ। ਇਹ ਸਾਡਾ ਜਿਹੜਾ ਕਰੰਸੀ ਹੈਗੀ ਹੈ, ਮੇਰਾ ਖਿਆਲ ਬੰਗਲਾਦੇਸ਼ ਤੋਂ ਵੀ ਡਾਊਨ ਚਲੀ ਗਈ ਹੈ।
ਪਾਕਿਸਤਾਨ ਤੋਂ ਵੀ ਡਾਊਨ ਚਲੀ ਗਈ ਹੈਗੀ ਹੈ। ਔਰ ਜੋ ਡਿਸੀਜਨ ਗਵਰਨਮੈਂਟ ਨੇ ਲਏ ਨੇ ਉਹ ਤਾਂ ਤੁਹਾਡੇ ਸਾਹਮਣੇ ਹੈਗੇ ਨੇ, ਉਹਦੇ ਵਿੱਚ ਵਿਸਥਾਰ 'ਚ ਜਾਣ ਦੀ ਜ਼ਰੂਰਤ ਨਹੀਂ ਹੈ। ਸੋ ਦੋਸਤੋ, ਮੈਂ ਜਿਹੜੀ ਅੱਜ ਗੱਲ ਕਰਨ ਦਾ ਮੇਰਾ ਮੇਨ ਮਕਸਦ ਇਹ ਹੈ ਕਿ ਸਾਡੀ ਨੈਸ਼ਨਲਿਸਟ ਜਸਟਿਸ ਪਾਰਟੀ ਜਿਹੜੀ ਹੈ, ਇੱਕ ਤੇ ਜਿਹੜੇ ਗਰੀਬ ਕਿਸਾਨ ਔਰ ਮਜ਼ਦੂਰ ਔਰ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਅਸੀਂ ਸੰਸਦ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਲੈ ਕੇ ਜਾਵਾਂਗੇ। ਸਾਡੀ ਜਿਹੜੀ ਸ਼ੁਰੂਆਤ ਹੋਏਗੀ, ਸਾਡੀ ਸ਼ੁਰੂਆਤ ਪੰਜਾਬ ਦੇ ਆ ਜਿਹੜੇ 22 ਦੇ ਇਲੈਕਸ਼ਨ ਹੈ ਉਹਦੇ ਤੋਂ ਸ਼ੁਰੂ ਹੋਏਗੀ। ਔਰ ਅਸੀਂ ਜਿਹੜੇ ਕੈਂਡੀਡੇਟ ਉਤਾਰਾਂਗੇ, ਅਸੀਂ ਸਧਾਰਨ ਪਰਿਵਾਰਾਂ ਦੇ ਵਿੱਚੋਂ ਔਰ ਸਧਾਰਨ ਜਿਹੜੇ ਮਜ਼ਦੂਰਾਂ ਦੇ ਜਿਹੜੇ ਮਜ਼ਦੂਰ ਨੇ ਜਾਂ ਸਧਾਰਨ ਜਿਹੜੇ ਗਰੀਬ ਜਿਹੜੇ ਕਿਸਾਨ ਨੇ, ਅਸੀਂ ਉਹਨਾਂ ਨੂੰ ਉਤਾਰਾਂਗੇ। ਔਰ ਜਿਹੜੀ ਇਹ ਇੱਕ ਇਹਨਾਂ ਨੇ ਬਣਾਤੀ ਹੈ, ਇੱਕ ਬੜਾ ਵੱਡਾ ਹਊਆ ਖੜਾ ਕਰ ਦਿੱਤਾ ਹੈਗਾ ਕਿ ਪੋਲੀਟਿਕਸ ਜਿਹੜੀ ਹੈ ਜਾਂ ਇਲੈਕਸ਼ਨ ਜਿਹੜਾ ਬਹੁਤ ਮਹਿੰਗਾ ਹੈਗਾ ਔਰ ਗਰੀਬ ਆਦਮੀ ਨੂੰ ਵੈਸੇ ਹੀ ਡਰਾ ਦਿੱਤਾ ਜਾਂਦਾ। ਅਸੀਂ ਉਹ ਜਿਹੜਾ ਪਰਦਾ ਹੈਗਾ ਜਾਂ ਉਹ ਜਿਹੜਾ ਡਰਾਵਾ ਉਹਨੂੰ ਖਤਮ ਕਰਾਂਗੇ। ਔਰ ਸਾਡੀ ਪਾਰਟੀ ਦਾ ਮੇਨ ਮਕਸਦ ਇਹ ਹੋਏਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਹੀ ਜਿਹੜੀਆਂ ਪਾਰਟੀ ਦੇ ਵਿੱਚ ਆਪਣੇ ਉਮੀਦਵਾਰ ਉਤਾਰਾਂਗੇ ਜਿਹੜੇ ਸਮਾਜ ਦੇ ਪ੍ਰਤੀ ਜਿਹੜੇ ਸਮਰਪਿਤ ਲੋਕ ਨੇ, ਇਮਾਨਦਾਰ ਲੋਕ ਨੇ ਔਰ ਜਿਹੜੇ ਲੋਕ ਜਿਹੜੇ ਨੇ ਉਹ ਡੈਡੀਕੇਟਡ ਨੇ ਔਰ ਆਉਣ ਵਾਲੇ ਜਿਹੜੇ ਭਵਿੱਖ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰਨਾ। ਉਹ ਚਾਹੇ ਗਰੀਬ ਪਰਿਵਾਰ ਨਾਲ ਸੰਬੰਧਿਤ ਹੋਣ, ਚਾਹੇ ਉਹ ਕਿਸੇ ਸਧਾਰਨ ਪਰਿਵਾਰ ਨਾਲ ਸੰਬੰਧਿਤ ਹੋਣ। ਇਹਦਾ ਪੈਮਾਨਾ ਜਿਹੜਾ ਹੈਗਾ ਸਾਡੀਆਂ ਟਿਕਟਾਂ ਦਾ ਉਹ ਪੈਸਾ ਨਹੀਂ ਹੋਏਗਾ। ਇਹ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਸੀਗਾ। ਹੁਣ ਅੱਜ ਦੀ ਡੇਟ 'ਚ ਵੀ ਦੇਖੋ ਨਾ ਤੁਸੀਂ, ਕੱਲ ਪਰਸੋਂ ਇੱਕ ਸਾਡੇ ਸਿੱਧੂ ਸਾਹਿਬ ਨੇ, ਉਹਨਾਂ ਦਾ ਇੱਕ ਬਿਆਨ ਆਇਆ ਵੀ ਵੈਸੇ ਜੀ 3 ਰੁਪਏ ਯੂਨਿਟ ਜਿਹੜੀ ਹੈ ਉਹ ਬਿਜਲੀ ਦੇਵਾਂਗੇ। ਤੇ ਸਿੱਧੂ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਹੁਣ ਜਿਹੜਾ ਰਾਜ ਹੈ, ਹੁਣ ਵੀ ਰਾਜ ਤੁਹਾਡਾ ਕਾਂਗਰਸ ਦਾ ਹੈਗਾ, ਹੁਣ ਕਿਹੜਾ ਅਹਿਮਦ ਸ਼ਾਹ ਅਬਦਾਲੀ ਰਾਜ ਕਰ ਰਿਹਾ ਹੈਗਾ। ਤੇ ਜਦੋਂ ਤੁਹਾਡਾ ਰਾਜ ਆਊਗਾ, ਅੱਜ ਦੀ ਡੇਟ 'ਚ ਵੀ ਤੁਹਾਡਾ ਰਾਜ ਆ, ਹੁਣ ਤੁਸੀਂ 3 ਰੁਪਏ ਬਿਜਲੀ ਜਿਹੜੀ ਹੈ ਕਿਉਂ ਨਹੀਂ ਕਰਦੇ ਹੈਗੇ? ਕਿੱਡੀ ਮਤਲਬ ਇੱਕ ਆਪਾਂ ਬਚਪਨਾ ਗੱਲ ਜਾਂ ਕਿੱਡੀ ਇੱਕ ਆਪਾਂ ਮੂਰਖਤਾ ਵਾਲੀ ਗੱਲ ਇਹਨੂੰ ਕਹਿ ਸਕਦੇ ਹਾਂ ਕਿ ਜਿਸ ਬੰਦੇ ਨੂੰ ਇਹ ਨਹੀਂ ਪਤਾ ਹੈਗਾ ਕਿ ਸੱਤਾ ਦੇ ਵਿੱਚ ਅਸੀਂ ਆ, ਰਾਜ ਅਸੀਂ ਕਰ ਰਹੇ ਹੈਗੇ ਹਾਂ ਔਰ ਮੈਂ ਗੱਲ ਜਿਹੜੀ ਹੈਗੀ ਹੈ ਉਹ ਕਰ ਰਿਹਾ ਹੈਗਾ ਵੀ ਅਸੀਂ ਤੁਹਾਨੂੰ ਆਹ ਚੀਜ਼ ਦਿਆਂਗੇ, ਦਿਓ। ਅੱਜ ਲਾਗੂ ਕਿਉਂ ਨਹੀਂ ਕਰਦੇ? ਔਰ ਇਹੀ ਗੱਲ ਜਿਹੜੀ ਉਹ ਪਹਿਲਾਂ ਬਿਜਲੀ ਦੇ ਮਾਮਲੇ 'ਚ ਵਾਰ-ਵਾਰ ਮੈਂ ਗੱਲ ਨੂੰ ਦੁਹਰਾਉਣਾ ਨਹੀਂ ਚਾਹੁੰਦਾ, ਜਿਹੜੀ ਉਹ ਆਮ ਆਦਮੀ ਜਿਹੜੇ ਦਿੱਲੀ ਵਾਲੇ ਟੋਪੀ ਵਾਲੇ ਨੇ ਜਾਂ ਇਹ ਅਕਾਲੀ ਦਲ ਵਾਲੇ ਨੇ ਜਿਹੜੀ ਹੈ ਉਹ ਜਿਹੜੀਆਂ ਕਰੀ ਜਾਂਦੇ ਨੇ ਜੀ ਬੜੀਆਂ ਲੋਕ ਲੁਭਾਣੇ ਜਾਂ ਜੇ ਜੋ ਅਸੀਂ ਬਿਜਲੀ ਕਰ ਦਿਆਂਗੇ, ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਪੰਜਾਬ ਨਿਵਾਸੀਓ ਕਿ ਜਿੰਨਾ ਚਿਰ ਸਾਡੀਆਂ ਵਿਧਾਨ ਸਭਾ ਦੇ ਵਿੱਚ, ਜਿੰਨਾ ਚਿਰ ਸਾਡੀ ਲੋਕ ਸਭਾ ਦੇ ਵਿੱਚ ਆਮ ਆਦਮੀ ਜਿਹੜਾ ਹੈ ਉੱਥੇ ਸੱਚਾ ਸੁੱਚਾ ਆਦਮੀ ਨਹੀਂ ਜਾਂਦਾ ਹੈ, ਆਮ ਆਦਮੀ ਸਧਾਰਨ ਆਦਮੀ ਜਿਹੜਾ ਹੈਗਾ ਉਹਨਾਂ ਸੰਸਦ ਦੇ ਵਿੱਚ, ਰਾਜ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਜਾਂ ਵਿਧਾਨ ਸਭਾਵਾਂ ਦੇ ਵਿੱਚ ਨਹੀਂ ਬੈਠਦਾ, ਉਹਨਾਂ ਚਿਰ ਤੁਹਾਡਾ ਭਲਾ ਹੋਣ ਵਾਲਾ ਨਹੀਂ। ਔਰ ਤੁਹਾਨੂੰ ਦਲੇਰ ਬਣ ਕੇ, ਤੁਹਾਨੂੰ ਸ਼ੇਰ ਬਣ ਕੇ, ਤੁਹਾਨੂੰ ਬੱਬਰ ਸ਼ੇਰ ਬਣ ਕੇ ਮੈਦਾਨ ਦੇ ਵਿੱਚ ਨਿੱਤਰਨਾ ਪਊ। ਇੱਕ ਗੱਲ ਮਨ ਦੇ ਵਿੱਚੋਂ ਕੱਢਣੀ ਪਊਗੀ ਕਿ ਅਸੀਂ ਇਹ ਚੀਜ਼ ਨਹੀਂ ਕਰ ਸਕਦੇ। ਜਦੋਂ ਤੱਕ ਇਹ ਮਨ ਦੇ ਵਿੱਚ ਤੁਹਾਡਾ ਹਊਆ ਬਣਿਆ ਹੋਇਆ ਕਿ ਅਸੀਂ ਇਹ ਚੀਜ਼ ਨਹੀਂ ਕਰ ਸਕਦੇ, ਅਸੀਂ ਵਿਧਾਨ ਸਭਾ ਨਹੀਂ ਲੜ ਸਕਦੇ, ਅਸੀਂ ਲੋਕ ਸਭਾ ਨਹੀਂ ਲੜ ਸਕਦੇ, ਜਾਂ ਅਸੀਂ ਸਮਾਜ ਦੇ ਵਿੱਚ ਅਸੀਂ ਜਿਹੜਾ ਹੈਗਾ ਉਹ ਬਦਲਾਅ ਨਹੀਂ ਲਿਆ ਸਕਦੇ, ਉਹਨਾਂ ਚਿਰ ਮਨੋਵਿਗਿਆਨਕ ਤੌਰ ਤੇ ਜਦੋਂ ਸਾਡੇ ਤੱਕ ਇਹ ਕਮਜ਼ੋਰੀ ਰਹੇਗੀ, ਉਦੋਂ ਤੱਕ ਅਸੀਂ ਗੁਲਾਮਾਂ ਦੇ ਵਾਲੀ ਜ਼ਿੰਦਗੀ ਜਿਹੜੀ ਹੈ ਉਹ ਜੀਣ ਲਈ ਮਜਬੂਰ ਰਹਾਂਗੇ। ਜਿਸ ਦਿਨ ਤੁਹਾਡਾ ਮਨੋਵਿਗਿਆਨਕ ਤੌਰ ਦੇ ਉੱਤੇ ਤੁਸੀਂ ਸਾਈਕੋਲੋਜੀਕਲੀ ਇਸ ਗੱਲ ਦੇ ਉੱਤੇ ਸਟਰੋਂਗ ਹੋ ਗਏ ਕਿ ਅਸੀਂ ਇਹਨਾਂ ਜਿਹੜੇ ਇਹ ਚੋਰ ਬਜ਼ਾਰੀ ਹੈਗੀ ਹੈ, ਚਾਹੇ ਉਹ ਕੋਈ ਵੀ ਹੈਗਾ, ਇਹਨਾਂ ਨੂੰ ਜਿੰਨਾ ਚਿਰ ਅਸੀਂ ਇਹ ਸੱਤਾ ਤੋਂ ਉਖਾੜ ਕੇ ਬਾਹਰ ਨਹੀਂ ਫੈਂਕਦੇ, ਇਮਾਨਦਾਰ ਲੋਕਾਂ ਨੂੰ ਅਸੀਂ ਸੰਸਦ ਜਾਂ ਅਸੀਂ ਵਿਧਾਨ ਸਭਾਵਾਂ ਵਿੱਚ ਨਹੀਂ ਪਹੁੰਚਾਉਂਦੇ, ਉਹਨਾਂ ਚਿਰ ਹਾਲਾਤ ਤੁਹਾਡੇ ਹੀ ਹੈ। ਔਰ ਅਸੀਂ ਇਸੇ ਗੱਲ ਦੇ ਉੱਤੇ ਜਿਹੜੀ ਲੜਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਔਰ ਲੜ ਰਹੇ ਹਾਂ। ਔਰ ਸਾਡੇ ਕੈਂਡੀਡੇਟ ਅਸੀਂ ਕਾਫੀ ਜਗ੍ਹਾ ਦੇ ਉੱਤੇ ਉਤਾਰ ਦਿੱਤੇ ਹੈਗੇ ਨੇ, ਕਾਫੀ ਜਗ੍ਹਾ ਤੇ ਅਸੀਂ ਫਾਈਨਲ ਕਰਨ ਦੇ ਜਿਹੜੇ ਹੈਗੇ ਆ ਉਹ ਨੇੜੇ ਹੈਗੇ ਆ।
ਔਰ ਅਸੀਂ ਪੂਰੀਆਂ 117 ਸੀਟਾਂ ਤੇ ਸਾਡੀ ਕੋਸ਼ਿਸ਼ ਹੋਏਗੀ ਇਲੈਕਸ਼ਨ ਲੜਿਆ ਜਾਵੇ ਔਰ 22 ਚ ਸਰਕਾਰ ਬਣਾਈ ਜਾਵੇ। ਦੇਖੋ, ਅਗਰ ਇਮਾਨਦਾਰ ਲੋਕਾਂ ਦੀ, ਅਗਰ ਜਿਹੜੇ ਸਹੀ ਲੋਕ ਨੇ, ਐਕਸਪਰਟ ਲੋਕਾਂ ਦੀ ਸਰਕਾਰ ਬਣ ਜਾਏਗੀ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਆ ਜੋ ਫੈਸਿਲਿਟੀਜ਼ ਦੀ ਗੱਲ ਕਰਦੇ ਨੇ, ਜੋ ਜਿੰਨੀਆਂ ਵੀ ਆ, ਚਾਹੇ ਉਹ ਬੇਰੁਜ਼ਗਾਰੀ ਦੀ ਹੈ, ਚਾਹੇ ਕੋਈ ਵੀ ਸਮੱਸਿਆਵਾਂ ਹੈਗੀਆਂ ਨੇ, ਉਹ ਜਿਹੜੀਆਂ ਕਰਨੀਆਂ ਜਿਹੜੀਆਂ ਨੇ ਬਹੁਤ ਈਜ਼ੀ ਜੋਬ ਹੈ, ਬਸ਼ਰਤੇ ਹੈ ਕਿ ਜਿਹੜੀ ਸੱਤਾਧਾਰੀ ਹੈਗੇ ਨੇ ਜਾਂ ਸ਼ਾਸਕ ਹੈਗੇ ਨੇ ਉਹਨਾਂ ਦੀ ਜਿਹੜੀ ਇਮਾਨਦਾਰ ਉਹ ਹੋਣ, ਉਹਨਾਂ ਦੇ ਮਨ ਦੇ ਵਿੱਚ ਬੇਈਮਾਨੀ ਨਾ ਹੋਵੇ। ਜਿਸ ਦਿਨ ਇਮਾਨਦਾਰ ਸ਼ਾਸਕ ਮਿਲ ਜਾਏਗਾ, ਜਿਸ ਦਿਨ ਡੈਡੀਕੇਟਡ ਸ਼ਾਸਕ ਮਿਲ ਜਾਏਗਾ, ਜਿਸ ਦਿਨ ਸਕਿਲਡ ਸ਼ਾਸਕ ਮਿਲ ਜਾਏਗਾ, ਜਿਹੜਾ ਆਪਣੇ ਲੈਣ ਦੇ ਵਿੱਚ ਨਿਪੁੰਨ ਆਦਮੀ ਹੋਏਗਾ, ਉਸ ਦਿਨ ਇਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਹੋ ਜਾਣਗੀਆਂ। ਰੈਵਨਿਊ ਦੀ ਕੋਈ ਪ੍ਰੋਬਲਮ ਨਹੀਂ ਹੈ। ਰੈਵਨਿਊ ਇਹ ਬਹੁਤ ਹੀ ਈਜ਼ੀ ਗੱਲਾਂ ਨੇ ਜਿਹੜੀਆਂ ਜਿਹਦੇ ਨਾਲ ਰੈਵਨਿਊ ਇਕੱਠਾ ਹੋ ਜਾਂਦਾ। ਮੈਂ ਲੋਕਲ ਬੋਡੀ ਦੀ ਗੱਲ ਕਰ ਦਿੰਦਾ, ਜਿਹੜੀਆਂ ਪੰਜਾਬ ਦੀਆਂ ਜਿਹੜੇ ਹੈਗੇ ਨੇ ਮੈਟਰੋਪੋਲੀਟਨ ਸਿਟੀ ਨੇ ਜਾਂ ਕੋਈ ਛੋਟੇ ਸਿਟੀ ਨੇ, ਮੈਂ ਉਹਨਾਂ ਦੀਆਂ ਗੱਲਾਂ ਕਰਦੇ ਹਾਂ। ਸਾਡੇ ਕੋਲ ਫਾਰਮੂਲੇ ਨੇ, ਅਸੀਂ ਦੱਸ ਸਕਦੇ ਹਾਂਗੇ ਕਿ ਅਸੀਂ ਨਗਰ ਨਿਗਮ ਦੇ ਜਾਂ ਨਗਰ ਪਰਿਸ਼ਦ ਜਿਹੜੇ ਤੁਹਾਡੇ ਨਗਰ ਪਾਲਿਕਾਵਾਂ ਹੈਗੀਆਂ ਨੇ ਜਾਂ ਨਗਰ ਪੰਚਾਇਤਾਂ ਹੈਗੇ ਨੇ, ਉਹਨਾਂ ਕੋਲ ਰੈਵਨਿਊ ਕਿਵੇਂ ਇਕੱਠਾ ਕਰਨਾ ਹੈਗਾ ਔਰ ਲੋਕਾਂ ਦੇ ਬਰਡਨ ਵੀ ਕੋਈ ਨਹੀਂ ਪਏਗਾ ਔਰ ਰੈਵਨਿਊ ਜਿਹੜਾ ਉਹ ਸਰਪਲਸ ਵੀ ਇਕੱਠਾ ਹੋ ਸਕਦਾ। ਲੇਕਿਨ ਉਹਦੇ ਵਾਸਤੇ ਸਟ੍ਰੈਟਜੀ ਤਿਆਰ ਕਰਨੀ ਪਊਗੀ। ਇਸਦੇ ਵਾਸਤੇ ਸਕਿਲਡ ਜਿਹੜੇ ਲੋਕ ਚਾਹੀਦੇ ਹੈਗੇ ਆ, ਉਹਦੇ ਵਾਸਤੇ ਨੀਤੀ ਨਿਰਧਾਰਨ ਕਰਨੀ ਪਊਗੀ ਹੈਗੀ। ਜੇ ਆਪਾਂ ਬੇਈਮਾਨੀ ਕਰਾਂਗੇ, ਲਾਕੀ ਹੀ ਇਹੀ ਬਣ ਲਾਂਗੇ ਕਿ ਚੋਰ ਬਜ਼ਾਰੀ ਦੇ ਵਿੱਚ ਅਸੀਂ ਜੋ ਕੁਝ ਲੁੱਟ ਕੇ ਘਰ ਲੈ ਜਾਣਾ, ਤੇ ਫਿਰ ਤੇ ਨਹੀਂ ਨਾ ਰੈਵਨਿਊ ਇਕੱਠਾ ਹੋਏਗਾ। ਔਰ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਕੋਈ ਸਰਪਲਸ ਮਨੀ ਹੋਏਗੀ, ਕੋਈ ਪ੍ਰੋਬਲਮ ਨਹੀਂ, ਇਕਨੋਮਿਕ ਪ੍ਰੋਬਲਮ ਨਹੀਂ ਹੋਏਗੀ। ਆ ਕਹਿ ਰਹੇ ਨੇ ਜਿਹੜਾ ਜੀ ਇੰਨਾ ਵੱਡਾ ਜਿਹੜਾ 3.5-4 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ੇ ਦੀ ਗੱਲ ਕਰਦੇ ਨੇ ਜਾਂ ਦੂਸਰੀਆਂ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਉੱਤੇ ਹੈ, ਅਸੀਂ ਤੁਹਾਨੂੰ ਆਸ਼ਵਾਸਨ ਦਿਵਾਉਂਦੇ ਹੈਗੇ ਕਿ ਅਸੀਂ ਇਹ 2 ਸਾਲ ਦੇ ਵਿੱਚ ਖਤਮ ਕਰ ਦਿਆਂਗੇ ਕਰਜ਼ਾ ਜਿਹੜਾ ਹੈਗਾ। ਔਰ ਸਾਡੀ ਸਰਕਾਰ ਬਣਦਿਆਂ ਹੀ ਅਸੀਂ ਬੇਰੁਜ਼ਗਾਰੀ ਭੱਤਾ ਜਿਹੜਾ ਹੈਂਡਸਮ ਦੇਣਾ ਸ਼ੁਰੂ ਕਰ ਦਿਆਂਗੇ। ਸਰਕਾਰ ਸਾਡੀ ਬਣਦਿਆਂ ਹੀ ਅਸੀਂ ਜਿਹੜਾ ਬੁਢਾਪਾ ਜਿਹੜਾ ਹੈਗਾ ਉਹਨੂੰ ਸਿਕਿਉਰ ਕਰ ਦਿਆਂਗੇ। ਔਰ ਸਰਕਾਰ ਬਣਦਿਆਂ ਹੀ ਅਸੀਂ ਜਿਹੜੀਆਂ ਸਿਹਤ ਸੇਵਾਵਾਂ ਨੇ ਉਹਨੂੰ ਬਿਲਕੁਲ ਮੁਫਤ ਔਰ ਉੱਚ ਪੱਧਰੀ ਕਰ ਦਿਆਂਗੇ। ਸਰਕਾਰ ਬਣਦਿਆਂ ਹੀ ਅਸੀਂ ਸਿੱਖਿਆ ਦਾ ਪੱਧਰ ਜਿਹੜਾ ਉਹਨੂੰ ਬਹੁਤ ਉੱਚਾ ਲੈ ਕੇ ਚਲੇ ਜਾਵਾਂਗੇ ਔਰ ਬਹੁਤ ਜਿਹੜਾ ਉਹ ਹਰ ਵਰਗ ਨੂੰ ਜਿਹੜਾ ਉਹ ਦਿੱਤਾ ਜਾਊਗਾ। ਅਸੀਂ ਸਮਾਜਿਕ ਸਿਕਿਉਰਿਟੀ ਦੀ ਪੂਰੀ ਜ਼ਿੰਮੇਵਾਰੀ ਲਵਾਂਗੇ। ਇਹਦੇ ਵਿੱਚ ਅਸੀਂ ਇਹ ਨਹੀਂ ਕਹਾਂਗੇ ਜੀ 4.5 ਸਾਲ ਨਿਕਲ ਗਿਆ ਤੇ ਉਸ ਤੋਂ ਬਾਅਦ ਗੱਲ ਕਰਾਂਗੇ। ਅਸੀਂ ਬਿਲਕੁਲ ਸਰਕਾਰ ਬਣਦਿਆਂ ਹੀ ਨੀਤੀਆਂ ਜਿਹੜੀਆਂ ਨੇ ਲਾਗੂ ਕਰ ਦਿਆਂਗੇ ਅਸੀਂ। ਔਰ ਜਿਹੜੇ ਲੋਕ ਦੋਸ਼ੀ ਨੇ ਇਹਨਾਂ ਕੰਮਾਂ ਵਾਸਤੇ, ਜਿਹੜੇ ਚਿੱਟੇ ਦੇ ਵਪਾਰੀ ਨੇ ਜਾਂ ਹੋਰ ਲੋਕ ਨੇ, ਉਹ ਵਿਦਨ ਏ ਵੀਕ ਔਰ 2 ਵੀਕ ਜਿਹੜੇ ਨੇ ਉਹਨਾਂ ਨੂੰ ਅਸਲੀ ਜਗ੍ਹਾ ਦੇ ਉੱਤੇ ਪਹੁੰਚਾਇਆ ਜਾਊਗਾ, ਅਸਲੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹਨੂੰ ਰੱਖਿਆ ਜਾਊਗਾ, ਜਿਹੜੀ ਉਹਨਾਂ ਦੀ ਅਸਲੀ ਜਗ੍ਹਾ ਬਣਦੀ ਹੈ। ਆਇਡੈਂਟੀਫਿਕੇਸ਼ਨ ਜਿਹੜੀ ਹੈਗੀ ਉਹ ਪੁਲਿਸ ਕੋਲ ਪੂਰੀ ਆਇਡੈਂਟੀਫਿਕੇਸ਼ਨ ਹੈ ਕਿ ਕੌਣ ਆਦਮੀ ਕੀ ਗੱਲ ਕੀਤੀ ਹੈ, ਕਿਹੜੇ ਆਦਮੀ ਨੇ ਕੀ ਕੰਮ ਕੀਤਾ, ਕਿਹੜੇ ਆਦਮੀ ਨੇ ਕੀ ਕੰਮ ਕੀਤਾ। ਉਹ ਸਿਰਫ ਇਸ ਕਰਕੇ ਹੈ ਪੁਲਿਸ ਚੁੱਪ ਹੈਗੀ ਹੈ ਕਿ ਉਹ ਬਾਉਂਡ ਹੈ, ਉਹ ਬਾਉਂਡਡ ਲੇਬਰ ਹੈ, ਉਹ ਬਦਵਾ ਮਜ਼ਦੂਰ ਨੇ, ਉਹ ਨਥਿੰਗ ਮੋਰ ਦੈਨ ਦੈਟ। ਲੇਕਿਨ ਪੁਲਿਸ ਨੂੰ ਸਾਰੀ ਚੀਜ਼ ਦਾ ਪਤਾ ਕਿ ਕਿਹੜੇ ਆਦਮੀ ਨੇ ਕੀ ਕੀਤਾ, ਵਿਦ ਪ੍ਰੂਫ ਪਤਾ ਹੈ। ਉਹ ਸਿਰਫ ਇੱਕ ਝੱਕਦੇ ਨੇ ਚੋਰ ਬਜ਼ਾਰੀ ਦੇ ਵਿੱਚ, ਕਹਿੰਦੇ ਨੇ ਅਸੀਂ ਕੀ ਲੈਣਾ, ਜਿਹੜਾ ਕੋਈ ਅੱਗੇ ਆਏਗਾ ਉਹ ਬਿੱਲੀ ਦੇ ਗਲ ਘੰਟੀ ਬੰਨਣ ਵਾਲੀ ਗੱਲ ਹੈਗੀ ਆ, ਇਸ ਤੋਂ ਇਲਾਵਾ ਕੁਛ ਨਹੀਂ ਹੈ। ਸੋ ਮੈਂ ਇਸ ਗੱਲ ਦਾ ਆਸ਼ਵਾਸਨ ਦਵਾਉਣਾ ਕਿ ਅਸੀਂ ਸਰਕਾਰ ਬਣਦਿਆਂ ਹੀ ਆਪਣੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਲਾਗੂ ਕਰ ਦਿਆਂਗੇ ਔਰ ਹਰ ਚੀਜ਼ ਜਿਹੜੀ ਹੈ, ਚਾਹੇ ਉਹ ਬੇਰੁਜ਼ਗਾਰੀ ਹੈਗੀ ਹੈ, ਚਾਹੇ ਉਹ ਬੁਢਾਪੇ ਦੀ ਸਿਕਿਉਰਿਟੀ ਹੈ, ਚਾਹੇ ਉਹ ਸੋਸ਼ਲ ਸਿਕਿਉਰਿਟੀ ਹੈਗੀ ਹੈ, ਚਾਹੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈਗੀ ਹੈ, ਚਾਹੇ ਕ੍ਰਿਮੀਨਲਾਈਜੇਸ਼ਨ ਪੋਲਿਟਿਕਸ ਜਿਹੜੀ ਹੈਗੀ ਜਾਂ ਕ੍ਰਿਮੀਨਲ ਲੋਕ ਨੇ ਉਹਨਾਂ ਦੀ ਕਿਹੜੀ ਜਗ੍ਹਾ ਹੈਗੀ ਆ, ਉਹ ਸਾਡੀ ਸਰਕਾਰ ਬਣਦਿਆਂ ਹੀ ਉਹ ਜਿਹੜੀਆਂ ਉਹ ਚੀਜ਼ਾਂ ਲਾਗੂ ਹੋ ਜਾਣਗੀਆਂ, ਉਹਦੇ 'ਚ ਦੇਰ ਨਹੀਂ ਹੋਈ। ਔਰ ਅਸੀਂ ਸਧਾਰਨ ਲੋਕਾਂ ਦੇ ਵਿੱਚੋਂ, ਸਧਾਰਨ ਅਸੀਂ ਪਰਿਵਾਰਾਂ ਦੇ ਵਿੱਚੋਂ, ਗਰੀਬ ਪਰਿਵਾਰਾਂ ਦੇ ਵਿੱਚੋਂ, ਕਿਸਾਨਾਂ ਪਰਿਵਾਰਾਂ, ਮਜ਼ਦੂਰ ਪਰਿਵਾਰਾਂ ਦੇ ਜਿਹੜੇ ਆਪਣੇ ਰੈਪਰੈਜ਼ੈਂਟੇਟਿਵ ਨੇ ਅਸੈਂਬਲੀ ਦੇ ਜਾਂ ਵਿਧਾਨ ਸਭਾ ਦੇ ਜਿਹੜੇ ਮੈਂਬਰ ਨੇ, ਅਸੀਂ ਪਾਰਟੀ ਉਹਨਾਂ ਨੂੰ ਟਿਕਟ ਦੇਗੀ ਔਰ ਉਹਨਾਂ ਨੂੰ ਚੁੱਕ ਕੇ ਅਸੀਂ ਇਮਾਨਦਾਰ ਲੋਕਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਾਂਗੇ। ਸੋ ਮੈਂ ਫਿਰ ਗੁਜ਼ਾਰਿਸ਼ ਤੁਹਾਨੂੰ ਇਹੀ ਕਰਾਂਗਾ ਕਿ ਆਓ ਰਲ ਮਿਲ ਕੇ ਅਸੀਂ ਇਹ ਜਿਹੜਾ ਸਿਸਟਮ ਹੈਗਾ ਇਹਨੂੰ ਆਪਾਂ ਚੇਂਜ ਕਰੀਏ, ਕਿਉਂਕਿ ਬੜੀਆਂ ਅੱਖਾਂ ਦੇ ਉੱਤੇ ਅਥਰੂ ਆ ਜਾਂਦੇ ਨੇ
ਔਰ ਬਹੁਤ ਮਨ ਦੁਖੀ ਹੁੰਦਾ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੇ ਇਨੋਸੈਂਟ ਲੋਕ ਨੇ, ਬੇਕਸੂਰ ਲੋਕ ਨੇ, ਉਹਨਾਂ ਨੂੰ ਜੇਲ੍ਹਾਂ 'ਚ ਭੇਜ ਦਿੱਤਾ ਜਾਂਦਾ ਹੈਗਾ। ਸਾਡੇ ਕਈ ਵਰਕਰ ਐਸੇ ਸੀ ਜਿਨ੍ਹਾਂ ਨੂੰ ਨਜਾਇਜ਼ 3-3 4-4 ਵਾਰੀ ਜੇਲ੍ਹਾਂ 'ਚ ਭੇਜਿਆ ਗਿਆ, ਔਰ ਜਿਹੜੇ ਬੰਦੇ ਕਸੂਰਵਾਰ ਨੇ ਉਹ ਜਿਹੜੇ ਨੇ ਉਹ ਗੁਲਛਰੇ ਉਡਾ ਰਹੇ, ਔਰ ਉਹ ਜਿਹੜੇ ਨੇ ਸਹੀ ਮਾਇਨਿਆਂ 'ਚ ਜਿਹੜੇ ਮੌਤ ਦੇ ਸੌਦਾਗਰ ਨੇ, ਚਿੱਟੇ ਦੇ ਸੌਦਾਗਰ ਨੇ, ਜਿਹੜੇ ਲੋਕੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਨੇ, ਜਾਂ ਜੋ ਵੀ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਜਾਵਾਂ ਤਾਂ ਥੋੜ੍ਹੀ ਜਿਹੀ ਲੰਬੀ ਗੱਲ ਹੋ ਜਾਂਦੀ ਹੈ। ਇਹਨਾਂ ਦੀ ਸਹੀ ਜਗ੍ਹਾ ਇਹਨਾਂ ਨੂੰ ਤੇ ਪਹੁੰਚਾਇਆ ਜਾਊਗਾ। ਉਹ ਜਿਹੜੇ ਨੇ ਉਹ ਐਸ਼ ਦੀ ਜ਼ਿੰਦਗੀ ਜੀ ਰਹੇ ਨੇ, ਔਰ ਆਮ ਆਦਮੀ ਜਿਹੜਾ ਹੈਗਾ ਉਹ ਜੇਲ੍ਹਾਂ ਦਾ ਡੱਕਿਆ ਹੋਇਆ। ਸੋ ਆਓ ਅਸੀਂ ਅਗਰ ਰੈਵੋਲੂਸ਼ਨ ਲਿਆਉਣੀ ਹੈ, ਕ੍ਰਾਂਤੀ ਲਿਆਉਣੀ ਹੈ, ਤੇ ਸਾਨੂੰ ਮਨੋਵਿਗਿਆਨਕ ਤੌਰ ਦੇ ਉੱਤੇ ਤਿਆਰ ਹੋ ਕੇ, ਸਟਰੋਂਗ ਹੋ ਕੇ ਲੜਾਈ ਲੜਨੀ ਪੈਗੀ, ਤੇ 22 ਦੇ ਵਿੱਚ ਅਸੀਂ ਆਪਣੀ ਸਰਕਾਰ ਬਣਾਈ ਹੋਈ। ਸੋ ਮੈਂ ਧੰਨਵਾਦ ਕਰਦਾ, ਇੱਥੇ ਹੀ ਆਪਣੀ ਗੱਲ ਨੂੰ ਵਿਰਾਮ ਦਿੰਦਾ ਹੈਗਾ। ਔਰ ਮੈਂ ਉਹਨਾਂ ਲੋਕਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜੇ ਸਾਨੂੰ ਸਹਿਯੋਗ ਦੇ ਰਹੇ ਨੇ, ਔਰ ਮੈਂ ਉਹਨਾਂ ਲੋਕਾਂ ਨੂੰ ਵੀ ਸਾਰਿਆਂ ਨੂੰ ਇੱਕ ਅਪੀਲ ਕਰਾਂਗਾ ਔਰ ਕਿ ਤੁਸੀਂ ਸਾਡੇ ਨਾਲ ਜਿਹੜੀ ਸਾਡੀ ਨੀਤੀ ਹੈਗੀ ਆ ਜਾਂ ਸਾਡੀਆਂ ਨੀਤੀਆਂ ਨੇ ਉਹਦੇ ਬਾਰੇ ਦੇ ਵਿੱਚ ਸਾਡੇ ਨਾਲ ਜਿਹੜੀ ਡਿਸਕਸ਼ਨ ਵੀ ਕਰੋ, ਔਰ ਸਾਡੀ ਪਾਰਟੀ ਨੂੰ ਜੁਆਇਨ ਵੀ ਕਰੋ, ਸਾਡੇ ਟੈਲੀਫੋਨ ਦੇ ਉੱਤੇ ਸਾਡੇ ਨਾਲ ਡਿਸਕਸ਼ਨ ਵੀ ਕਰੋ, ਔਰ ਅਸੀਂ ਤਾਂ ਕਿ ਪੰਜਾਬ ਨੂੰ ਔਰ ਦੇਸ਼ ਨੂੰ ਵਧੀਆ ਇੱਕ ਭਵਿੱਖ ਦੇ ਸਕੀਏ। ਧੰਨਵਾਦ।